सतनाम वाहिगुरु साहिब जीओ। बाबे डिठी प्रथमी नवे खंड जिथे तक आही। फिर जाए चढ़िया सुमेर पर सिद्ध मंडली दृष्टि आई। बाबे डिठी प्रथमी नवे खंड जिथे तक आही। फिर जाए चढ़िया सुमेर पर सिद्ध मंडली दृष्टि आई। 84 सिद्ध गुर खाद मन अंदर गणती वरताई। सिद्ध पुछन सुन बालिया कौन शक्त तोहे इथे ल्याई। हूँ जपिया परमेश्वरो भाव भगत संग ताड़ी लाई। आखण सिद्ध सुन बालिया अपना नाम तुम देहो बताई। बाबा आखे नाथ जी नानक नाम जपे गत पाई। नीच कहाए ऊंच कर आए। बाबा आखे नाथ जी नानक नाम जपे गत पाई। नीच कहाए ऊंच कर आए। वाहिगुरु जी का खालसा वाहिगुरु जी की फतेह। सतगुरु गरीब नवाज सच्चे पातशाह दसां पातशाहियां दे आत्मक स्वरूप श्री गुरु ग्रंथ साहिब जी की हजूरी अंदर सुभाईमान सन्मानयोग सत्कारयोग साध संगत जी आप जी बड़े प्यार सहित सतगुरां दे चरणों विच हर रोज की तरह उपस्थित होकर लाहा प्राप्त कर रहे हो। भाई साहब भाई गुरदास जी दियां वारां विच अज दी पौड़ी सुमेर पर्वत की वो कहानी है, वो घटना है जिथे गुरु नानक साहब जी की सिद्धा नाल गोष्ठी हुई, संपर्क होया। उन्होंने कुछ सवाल पूछे, सतगुरां ने जवाब दिता और इस धरती ते वरत रहे वरतारे की खबर सिद्धा नूं जाके दी। सतगुरां ने अपनी जिंदगी विच हर प्रकार के मनुख नाल संपर्क किया। इधर पूर्व की उदासी सारे हिंदू तीर्थों से मंदिरों में जगन्नाथ तक, श्रीलंका तक, असम तक, ये सब तो लंबी उदासी सी गुरु नानक साहब जी की लंबी यात्रा सी जिहदे विच उन्होंने भुले हुए भटके हुए तकरीबन 3-4 तरह के लोगों नाल कई थावां ते मिल के उन्होंने सीधे राह पाउण का यतन किया। एक पासे संसारी लोग
ਉਹਨਾਂ ਦੀਆਂ ਵਾਰਤਾਵਾਂ ਤੋਂ ਪਤਾ ਲੱਗਦਾ ਉਸ ਵੇਲੇ ਜਦੋਂ ਗੁਰੂ ਸਾਹਿਬ ਨੇ ਉਦਾਸੀਆਂ ਕੀਤੀਆਂ, ਸੰਸਾਰੀ ਘੱਟ ਭਟਕੇ ਸਨ, ਧਰਮੀ ਜ਼ਿਆਦਾ ਭਟਕੇ ਹੋਏ ਸਨ, ਜਿੰਨੀਆਂ ਸਾਖੀਆਂ ਨੇ ਦੱਸਦੀਆਂ। ਕਿਉਂਕਿ ਜਦੋਂ ਸਤਿਗੁਰੂ ਵਰਤਦੇ ਨੇ, ਤੁਰਦੇ ਨੇ, ਤੇ ਉਹਨਾਂ ਸਾਰੀਆਂ ਹੀ ਘਟਨਾਵਾਂ ਦਾ ਜੋੜ ਲਾ ਕੇ ਵੇਖੀਏ, ਉਹਦੇ ਵਿੱਚ ਮਾਇਆਧਾਰੀ ਸੰਸਾਰੀ ਮਨੁੱਖ ਕੰਮਕਾਰ ਕਰਨ ਵਾਲਿਆਂ ਨਾਲ ਬਿਲਕੁਲ ਘੱਟ ਵਾਰਤਾ ਹੈ, ਉਹਨਾਂ ਨੂੰ ਘੱਟ ਸਮਝਾਇਆ। ਉਹਨਾਂ ਵਿੱਚ ਸਿਰਫ ਇੱਕ ਵਿਅਕਤੀ ਆਉਂਦਾ, ਲਾਹੌਰ ਦੀ ਧਰਤੀ ਤੇ ਦੁਨੀ ਚੰਦ, 2-4 ਹੋਰ ਹੋਣਗੇ, ਨਹੀਂ ਤੇ ਬਾਕੀ ਦੇ ਸਾਰੇ ਪੰਡਤ, ਮੁੱਲਾ, ਕਿਤੇ ਜੋਗੀ ਹੈ, ਕਿਤੇ ਕੋਈ ਤਪਸਵੀ ਹੈ, ਕਿਤੇ ਕੋਈ ਸ਼ਰਾਧ ਕਰ ਰਿਹਾ ਹੈ, ਕਿਤੇ ਕੋਈ ਤੀਰਥਾਂ ਤੇ ਜਾ ਰਿਹਾ ਹੈ। ਇਹਦਾ ਮਤਲਬ ਸੀ ਕਿ ਉਸ ਵੇਲੇ ਧਰਮੀ ਬਹੁਤੇ ਭਟਕੇ ਸਨ, ਸੰਸਾਰੀ ਘੱਟ ਭਟਕੇ ਸਨ। ਔਰ ਸਤਿਗੁਰਾਂ ਨੂੰ ਇਹ ਵੀ ਪਤਾ ਸੀ ਕਿ ਇਹ ਜਿਹੜੇ ਧਰਮੀ ਆਗੂ ਨੇ ਔਰ ਧਾਰਮਿਕ ਕੇਂਦਰ ਨੇ, ਸਾਰਾ ਧਰਮ, ਸਾਰੇ ਲੋਕ ਇਹਨਾਂ ਨਾਲ ਜੁੜੇ ਹੋਏ, ਇੱਥੋਂ ਸਿੱਖਿਆ ਲੈ ਕੇ ਜਾਂਦੇ ਨੇ, ਇਹਨਾਂ ਦੇ ਅਨੁਸਾਰ ਤੁਰਦੇ ਨੇ। ਜੇ ਇਹਨਾਂ ਨੂੰ ਬਦਲ ਦਿੱਤਾ ਜਾਏ ਤੇ ਸਾਰੀ ਧਰਤੀ ਦੇ ਲੋਕਾਂ ਦਾ ਉਪਦੇਸ਼, ਕਿਉਂਕਿ ਇਹ ਧਾਰਮਿਕ ਜਿਹੜੇ ਥਾਂ ਹੁੰਦੇ ਨੇ, ਇਹ ਮਨੁੱਖ ਨੂੰ ਇੱਕ ਤਰ੍ਹਾਂ ਨਾਲ ਸ਼ਕਤੀ ਮਿਲਦੀ ਹੈ, ਇੱਥੇ ਵਿਚਾਰਾਂ ਦੀ ਸ਼ਕਤੀ ਮਿਲਦੀ। ਜਿਵੇਂ ਆਪਾਂ ਜਿਵੇਂ ਦੀ ਸੰਗਤ ਕਰਦੇ ਹਾਂ, ਹਜ਼ੂਰ ਨੇ ਸਾਨੂੰ ਗੁਰੂ ਘਰ ਦਿੱਤੇ, ਗੁਰਦੁਆਰੇ ਦਿੱਤੇ, ਗੁਰਦੁਆਰਿਆਂ ਵਿੱਚ ਜਿਵੇਂ ਦੀ ਵਿਚਾਰਧਾਰਾ ਚੱਲੇਗੀ, ਸੁਣਨ ਵਾਲਿਆਂ ਦੇ ਮਨ ਉਸ ਪਾਸੇ ਵੱਲ ਨੂੰ ਢਲਦੇ ਜਾਣ, ਉਸ ਤਰ੍ਹਾਂ ਦੀ ਬਿਰਤੀ ਬਣਦੀ ਜਾਏਗੀ। ਤਾਂ ਹਜ਼ੂਰ ਨੇ ਵੇਖਿਆ ਜਿਹੜੇ ਇਸ ਤਰ੍ਹਾਂ ਦੇ ਸਿੱਧ ਨੇ, ਜੋਗੀ ਹਨ, ਇਹ ਕਿਹੜੇ ਰਾਹ ਤੇ ਜਾ ਰਹੇ ਨੇ। ਉਹਨਾਂ ਨੂੰ ਜਾ ਕੇ ਮਾਰਗ ਦੱਸਣ ਦੀ ਕੋਸ਼ਿਸ਼ ਕੀਤੀ, ਤਾਂ ਕਿ ਇਹਨਾਂ ਦੇ ਪਿੱਛੇ ਤੁਰਨ ਵਾਲੇ ਲੱਖਾਂ ਲੋਕ, ਹਜ਼ਾਰਾਂ ਲੋਕ ਸਿੱਧੇ ਮਾਰਗ ਤੇ ਆਣ। ਅੱਜ ਦੀ ਪੌੜੀ ਦੀ ਵਾਰਤਾ ਸੁਮੇਰ ਪਰਬਤ ਨਾਲ, ਜਿਹੜੀ ਹਿਮਾਲਿਆ ਦੇ ਉੱਤੇ, ਜਿੱਥੇ ਬਹੁਤ ਸਾਰੇ ਸਿੱਧ ਰਹਿੰਦੇ ਸੀ। ਇਹ ਇੱਕ ਫਿਰਕਾ, ਇਹਨਾਂ ਦੇ 12 ਫਿਰਕੇ, ਉਹਨਾਂ ਵਿੱਚ ਕਈ ਪ੍ਰਕਾਰ ਦੇ ਯੋਗੀ, ਕਈ ਪ੍ਰਕਾਰ ਦੇ ਸਿੱਧ, ਉਹਨਾਂ ਦੀਆਂ ਕਈ ਪ੍ਰਕਾਰ ਦੀਆਂ ਸਾਧਨਾਵਾਂ। ਇਹਨਾਂ ਦਾ ਸਿਰਫ ਇੱਥੋਂ ਤੱਕ ਸਾਧਨ ਸੀ ਕਿ ਤੁਸੀਂ ਬੈਠ ਕੇ ਆਪਣਾ ਧਿਆਨ ਜੋੜੋ, ਸਵਾਸ ਚੜਾਓ, ਆਪਣੇ ਸਵਾਸ ਸੋਧੋ, ਯੋਗ ਦੁਆਰਾ ਸਰੀਰ ਦੀ ਸ਼ੁੱਧੀ ਕਰੋ, ਸਰੀਰ ਨੂੰ ਸੋਧ ਕੇ ਧਿਆਨ ਪਕਾਓ, ਤੇ ਧਿਆਨ ਦੁਆਰਾ ਸਰੀਰ ਵਿੱਚ ਪਈਆਂ ਹੋਈਆਂ ਰਿੱਧੀਆਂ ਸਿੱਧੀਆਂ ਨੂੰ ਵਰਤਣ ਦੀ ਜਾਚ ਸਿੱਖੋ। ਕਿਸੇ ਨੂੰ ਵਰ ਦਿਓ, ਕਿਸੇ ਨੂੰ ਸ਼ਰਾਪ ਦਿਓ, ਸਮਾਧੀ ਲਾਓ, ਉਮਰ ਵਧਾ ਲਓ, ਇਹ ਸਾਰੇ ਇਹਨਾਂ ਦੇ ਕਰਤੱਵ ਸਨ। ਜਿਹੜਾ ਯੋਗ ਮਤ ਹੈ, ਇਹ ਪ੍ਰੇਮ ਤੋਂ ਹੀਣ ਹੈ, ਪਰਮਾਤਮਾ ਨੂੰ ਨਹੀਂ ਮੰਨਦਾ। ਕਿਉਂ ਕਹਿ ਲਵੋ, ਇੱਕ ਵਿਗਿਆਨਕ ਕਿਰਿਆ ਯੋਗ, ਜਿਹੜੀ ਜਿਵੇਂ ਵਿਗਿਆਨਕ ਪੂਰੀ ਤਰ੍ਹਾਂ ਵੇਖ ਕੇ ਕੰਮ ਕਰਦੇ ਨੇ। ਇਹ ਸਰੀਰ ਦੀਆਂ ਸਾਰੀਆਂ ਨਾੜੀਆਂ ਸੋਧਦੇ ਨੇ, ਸਰੀਰ ਦੀਆਂ ਨਾੜੀਆਂ ਸਾਫ਼ ਕਰਦੇ ਨੇ, ਸਵਾਸ ਨੂੰ ਤਰੀਕੇ ਨਾਲ ਲੈਂਦੇ ਨੇ, ਸਵਾਸ ਖਿੱਚ ਕੇ ਲੈਂਦੇ ਨੇ। ਇਸੇ ਨੂੰ ਕਈ ਵਾਰੀ ਸਾਡੇ ਵਿੱਚ ਵੀ ਕੁਝ ਸੱਜਣ ਉਹਨਾਂ ਦੇ ਅਨੁਸਾਰ ਕੰਮ ਕਰਦੇ। ਵੈਸੇ ਯੋਗ ਇੱਕ ਵਿਗਿਆਨ ਹੈ ਸਰੀਰ ਦਾ। ਗੁਰੂ ਅਰਜਨ ਦੇਵ ਪਾਤਸ਼ਾਹ ਨੇ ਕਿਹਾ ਧਰਮ ਨਹੀਂ, ਧਰਮ ਇੱਕ ਅਗਲੀ ਚੀਜ਼ ਹੈ। ਪ੍ਰਭੂ ਨੂੰ ਪ੍ਰੇਮ ਕਰਨਾ, ਉਹਦੇ ਨਾਲ ਪ੍ਰੀਤ ਪਾਉਣੀ, ਉਹਦੇ ਨਾਲ ਪਿਰਹੜੀ ਪਾਉਣੀ, ਇਹ ਤਾਂ ਇੱਕ ਸਰੀਰ ਦੀ ਕਿਰਿਆ ਹੈ, ਸਰੀਰ ਦਾ ਕੰਮ ਹੈ। ਭਾਵ ਭਗਤੀ ਨਹੀਂ ਹੈ, ਪ੍ਰੇਮ ਨਹੀਂ ਇਹਦੇ ਵਿੱਚ। ਜਿਵੇਂ ਕਿ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਇੱਕ ਲੰਬੀ ਅਸ਼ਟਪਦੀ ਵਿੱਚ ਜ਼ਿਕਰ ਕਰਦੇ ਨੇ ਕਿ ਪਾਠ ਪੜ੍ਹਿਓ ਅਰ ਵੇਦ ਵਿਚਾਰਿਓ, ਨਿਵਲ ਭੁਯੰਗਮ ਸਾਧੇ। ਨਿਵਲ ਭੁਯੰਗਮ, ਪੇਟ ਦੀਆਂ ਨਾੜੀਆਂ, ਉਹਨਾਂ ਨੂੰ ਸਾਫ਼ ਕੀਤਾ ਅੰਦਰੋਂ ਯੋਗ ਦੁਆਰਾ। ਕਹਿਣ ਲੱਗੇ ਇਹ ਕੰਮ ਕਰਨ ਦੇ ਨਾਲ ਪੰਜ ਜਨਾਂ ਸੋ ਸੰਗ ਨਾ ਛੁਟਕਿਓ, ਅਧਿਕ ਅਹੰ ਬੁੱਧ ਬਾਧੇ।
ਇਹਦੇ ਨਾਲ ਅਹੰਕਾਰ ਦੀ ਸਮਾਪਤੀ ਨਹੀਂ ਹੋਈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਕਹਿੰਦੇ ਸਰੀਰ ਨੂੰ ਸੋਧਣਾ ਵੈਸੇ ਚੰਗਾ ਹੈ, ਪਰ ਜੇ ਮਨ ਤੱਕ ਗੱਲ ਨਹੀਂ ਜਾਂਦੀ ਤੇ ਮਨ ਉਸੇ ਤਰ੍ਹਾਂ ਬਣਿਆ ਰਹਿੰਦਾ ਹੈ। ਜਿਵੇਂ ਕਿ ਉਦਾਹਰਨ ਦਿੱਤੀ, ਕਹਿੰਦੇ ਸਾਂਪ ਕੁੰਚ ਛੋਟੈ ਬਿਖ ਨਹੀਂ ਛਾੜੈ। ਕੋਈ ਬੰਦਾ ਆਪਣੇ ਸਰੀਰ ਦੀ ਸਫਾਈ ਕਰ ਲਵੇ ਯੋਗ ਦੁਆਰਾ, ਨਾੜੀਆਂ ਸਾਰੀਆਂ ਸਾਫ਼ ਕਰ ਲਈਆਂ, ਜੰਗਲ ਵਿੱਚ ਚਲਾ ਗਿਆ, ਖੁਰਾਕ ਸ਼ੁੱਧ ਕਰ ਲਈ, ਇਹਦੇ ਨਾਲ ਕਹਿੰਦੇ ਮਨ ਸ਼ੁੱਧ ਹੋ ਜਾਏ ਕੋਈ ਜ਼ਰੂਰੀ ਨਹੀਂ। ਹਾਂ, ਜੇ ਮਨ ਨੂੰ ਸ਼ੁੱਧਣਾ, ਸਰੀਰ ਨੂੰ ਸ਼ੁੱਧ ਕਰਨਾ ਮਾੜਾ ਨਹੀਂ ਖਿਆਲ। ਮਨ ਨੂੰ ਸ਼ੁੱਧ ਕਰਨ ਵਾਸਤੇ ਵੀ ਸਰੀਰ ਨੂੰ ਸ਼ੁੱਧਣਾ ਮਾੜਾ ਨਹੀਂ। ਪਰ ਸੱਚੇ ਪਾਤਸ਼ਾਹ ਜੀ ਨੇ ਇੱਕ ਉਦਾਹਰਨ ਦਿੱਤੀ, ਕਹਿਣ ਲੱਗੇ ਸੱਪ ਜਿਹੜਾ ਹੈ ਉਹ ਕੁੰਝ ਲਾਉਂਦਾ ਸਰੀਰ ਤੋਂ, ਤੁਸੀਂ ਵੇਖਿਆ ਹੋਵੇਗਾ ਸੱਪ ਕੁੰਝ ਲਾਉਂਦਾ ਹੈ। ਹੁਣ ਇਸ ਚੀਜ਼ ਦਾ ਇਲਮ, ਇਸ ਚੀਜ਼ ਦਾ ਗਿਆਨ ਪੁਰਾਣੇ ਬਜ਼ੁਰਗਾਂ ਨੂੰ ਹੋਵੇਗਾ ਵੀ ਸੱਪ ਝਾੜੀਆਂ ਵਿੱਚ ਨਿਕਲਦੇ ਸਨ। ਸਰੀਰ ਦਾ ਉਤਲਾ ਕਵਰ ਜਿਹੜਾ ਉਹਨੂੰ ਕੁੰਝ ਕਹਿੰਦੇ, ਉੱਪਰਲੀ ਚਮੜੀ ਉਹ ਸਾਲ ਬਾਅਦ ਜਾਂ ਕਿੰਨੇ ਸਮੇਂ ਬਾਅਦ ਲਾਉਂਦਾ, ਉਹ ਕੁੰਝ ਲਾ ਕੇ ਵਿੱਚੋਂ ਨਿਕਲ ਜਾਂਦਾ ਹੈ। ਸਤਿਗੁਰੂ ਨੇ ਉਦਾਹਰਨ ਦਿੱਤੀ, ਕਹਿਣ ਲੱਗੇ ਸੱਪ ਜਿਹੜਾ ਕੁੰਝ ਲਾ ਦਿੰਦਾ, ਪਰ ਕੁੰਝ ਲਾਉਣ ਨਾਲ ਉਹਦੀ ਅੰਦਰੋਂ ਜ਼ਹਿਰ ਨਹੀਂ ਜਾਂਦੀ। ਇਸ ਤਰ੍ਹਾਂ ਕੋਈ ਮਨੁੱਖ ਕੱਲੀ ਆਪਣੀ ਚਮੜੀ ਨੂੰ ਸ਼ੁੱਧ ਕਰ ਲਵੇ, ਉੱਤੋਂ ਉੱਪਰੋਂ ਆਪਣੇ ਸਰੀਰ ਨੂੰ ਸ਼ੁੱਧ ਕਰ ਲਵੇ, ਉਹਦੇ ਮਨ ਦੇ ਵਿੱਚ ਪਈਆਂ ਹੋਈਆਂ ਜਿਹੜੀਆਂ ਬੁਰਾਈਆਂ ਨੇ ਉਹ ਡੂੰਘੇ ਥਾਂ ਤੇ, ਕਿਉਂਕਿ ਸਰੀਰ ਤੱਕ ਕੁਝ ਚੀਜ਼ਾਂ ਜਾਂਦੀਆਂ ਨੇ, ਮਨ ਤੱਕ ਤੇ ਜਾਣਾ ਨਾ ਗੁਰੂ ਕੀ ਬਾਣੀ ਨੇ। ਮਨ ਨੂੰ ਸ਼ੁੱਧ ਕਰੇਗੀ ਬਾਣੀ, ਮਨ ਨੂੰ ਸ਼ੁੱਧ ਕਰੇਗਾ ਨਾਮ, ਉਹਦਾ ਪਿਆਰ, ਉਹਦਾ ਪ੍ਰੇਮ। ਬਾਕੀ ਚੀਜ਼ਾਂ ਕੋਈ ਯੋਗ ਕਮਾਵੇ, ਕੋਈ ਸਿੱਧ ਆਸਣ ਸਿੱਖੇ, ਕੋਈ ਸ਼ਕਤੀਆਂ ਇਕੱਠੀਆਂ ਕਰ ਲਵੇ, ਕੋਈ ਸਮਾਧੀਆਂ ਲਾਏ, ਕੋਈ ਵਰ ਦੇਵੇ, ਕੋਈ ਸ਼ਰਾਪ ਦੇਵੇ, ਇਹ ਚੀਜ਼ਾਂ ਸਰੀਰ ਤੱਕ ਸੀਮਿਤ ਰਹਿੰਦੀਆਂ ਨੇ, ਮਨ ਵਿੱਚ ਕੰਮ ਨਹੀਂ ਕਰਦੀਆਂ, ਹਿਰਦੇ ਤੱਕ ਨਹੀਂ ਪਹੁੰਚਦੀਆਂ। ਇਸ ਕਰਕੇ ਹਜ਼ੂਰ ਕਹਿੰਦੇ ਪਾਠ ਪੜਿਓ ਅਰ ਵੇਦ ਵਿਚਾਰਿਓ, ਨਿਵਲ ਭੁਯੰਗਮ ਸਾਧੇ, ਪੰਜ ਜਨਾਂ ਸੋ ਸੰਗ ਨਾ ਛੁਟਕਿਓ, ਅਧਿਕ ਅਹੰ ਬੁੱਧ ਬਾਧੇ ਪਿਆਰੇ, ਇਨ ਬਿਦ ਮਿਲਨ ਨਾ ਜਾਈ, ਮੈਂ ਕੀਏ ਕਰਮ ਅਨੇਕਾ। ਇਸ ਤਰ੍ਹਾਂ ਉਹਨੂੰ ਮਿਲਿਆ ਨਹੀਂ ਜਾ ਸਕਦਾ। ਕਹਿੰਦੇ ਹਾਰ ਪਰਿਓ ਸੁਆਮੀ ਕੇ ਦੁਆਰੇ, ਦੀਜੈ ਬੁੱਧ ਵਿਵੇਕਾ, ਇੱਕ ਆਪਣੀ ਬੁੱਧੀ ਬਖਸ਼ਿਸ਼ ਕਰੋ, ਆਪਣਾ ਗਿਆਨ, ਆਪਣੀ ਰਹਿਮਤ, ਆਪਣਾ ਸ਼ਬਦ ਮੇਰੇ ਵਿੱਚ ਟਿਕਾਓ ਨੇ, ਮੇਰੇ ਅੰਦਰ ਨੂੰ ਬਦਲਣਾ ਹੈ। ਦੀਜੈ ਬੁੱਧ ਵਿਵੇਕਾ, ਮੋਨ ਭਇਓ ਕਰ ਪਾਤੀ ਰਹਿਓ, ਨਗਨ ਫਿਰਿਓ ਮਨ ਮਾਹੀ। ਇਹ ਸਾਰੇ ਕੰਮ ਕਰਨ ਦੇ ਨਾਲ ਅੰਦਰ ਸ਼ੁੱਧ ਨਹੀਂ ਹੋਇਆ। ਭਗਤ ਕਬੀਰ ਸਾਹਿਬ ਨੇ ਇੱਕ ਹੋਰ ਬਚਨ ਕਿਹਾ, ਜਿਹਦੇ ਵਿੱਚ ਉਹ ਕਹਿੰਦੇ ਨੇ ਗ੍ਰਹਿ ਤਜ ਘਰ ਛੱਡ ਦਿੱਤਾ, ਬਨ ਖੰਡ ਜਾਈਏ, ਜੰਗਲ ਵਿੱਚ ਚਲੇ ਗਏ। ਗ੍ਰਹਿ ਤਜ ਬਨ ਖੰਡ ਜਾਈਏ, ਚੁਣ ਖਾਈਏ ਕੰਦਾ, ਉਥੋਂ ਰੁੱਖਾਂ ਦੇ ਪੱਤੇ ਤੋੜ ਕੇ ਖਾਧੇ, ਫਲ ਖਾਧੇ, ਅੰਨ ਛੱਡ ਦਿੱਤਾ। ਅਜ ਹੂੰ ਵਿਕਾਰ ਨਾ ਛੱਡ ਛੋੜਈ, ਪਾਪੀ ਮਨ ਮੰਦਾ। ਪਰ ਵਿਕਾਰਾਂ ਦੀ ਜਿਹੜੀ ਡੂੰਘਾਈ ਸੀ ਉਹ ਹਿਰਦੇ ਵਿੱਚ ਸੀ। ਸਰੀਰ ਦੀ ਖੁਰਾਕ ਘਟਾਈ, ਇੱਕ ਵਾਰੀ ਲੱਗਾ ਵੀ ਅੰਦਰੋਂ ਸਭ ਕੁਝ ਠੀਕ ਹੋ ਗਿਆ। ਖਿਆਲ ਰੱਖ, ਵਕਤੀ ਤੌਰ ਤੇ ਲੱਗਦਾ, ਵਕਤੀ ਤੌਰ ਤੇ। ਸਾਡੇ ਵਿੱਚ ਵੀ ਬੜੇ ਬੜੇ ਲੋਕ ਇਸ ਤਰ੍ਹਾਂ ਦੇ ਸਾਧਨਾਂ ਵਿੱਚ ਲੱਗੇ ਹੋਏ ਨੇ, ਜਿਹੜੇ ਸਰੀਰ ਨੂੰ ਐਕਸਰਸਾਈਜ਼ ਵਾਂਗ ਨਾਮ ਜਪਦੇ ਨੇ। ਵਕਤੀ ਤੌਰ ਤੇ ਮਨ ਖਲੋ ਜਾਂਦਾ। ਖਿਆਲ ਰੱਖ, ਵਕਤੀ ਤੌਰ ਤੇ ਨਾ ਜਦੋਂ ਸਰੀਰ ਨੂੰ ਤੁਸੀਂ ਕਿਸੇ ਸਾਧਨ ਵਿੱਚ ਪਾਓਗੇ, ਬੜੇ ਤਰੀਕੇ ਨੇ, ਇੱਕ ਵਿਗਿਆਨ ਹੈ ਉਹਦੇ ਵਿੱਚ। ਵਕਤੀ ਤੌਰ ਤੇ ਥੋੜਾ ਜਿਹਾ ਲੱਗੇਗਾ ਵੀ ਅੰਦਰ ਕੋਈ ਫਰਕ ਜਿਹਾ ਪੈ ਗਿਆ, ਅੰਦਰ ਜਿਵੇਂ ਉਜਾਲਾ ਜਿਹਾ ਹੋ ਗਿਆ, ਕਿਉਂਕਿ ਅੰਦਰ ਜਦੋਂ ਸੰਘਰਸ਼ ਕਰਾਂਗੇ ਕੋਈ ਨਾ ਕੋਈ ਤਬਦੀਲੀ ਤਾਂ ਆਉਣੀ ਹੈ। ਪਰ ਉਹਦੇ ਨਾਲ ਲਗਾਤਾਰੀ ਸੁਭਾਅ ਨਹੀਂ ਬਣਦਾ। ਖਿਆਲ ਰੱਖੋ, ਸਿੱਖੀ ਦਾ ਮਤਲਬ ਹੈ ਸੁਭਾਅ ਬਦਲ ਦੇਣਾ, ਬੰਦੇ ਦੀ ਆਦਤ, ਉਹਦੇ ਮਨ ਵਿੱਚ ਅੰਦਰ ਲਗਾਤਾਰ ਭਾਵ ਬਣਦਾ ਰਹਿਣਾ। ਤਾਂ ਭਗਤ ਜੀ ਕਹਿੰਦੇ ਨੇ ਇਹ ਸਰੀਰ ਦੀ ਖੁਰਾਕ ਛੱਡੀ, ਘੱਟ ਕੀਤੀ, ਇਹਦੇ ਨਾਲ ਥੋੜਾ ਚਿਰ ਲੱਗਾ ਵੀ ਸਰੀਰ ਦੇ ਵਿਕਾਰ ਖਤਮ ਹੋ ਗਏ। ਆ ਕੇ ਫਿਰ ਜਦੋਂ ਖੁਰਾਕ ਖਾਧੀ ਫਿਰ ਉਸੇ ਤਰ੍ਹਾਂ ਹੋ ਗਏ, ਖਾਣਾ ਪੀਣਾ ਘੱਟ ਕਰ ਲਿਆ। ਗ੍ਰਹਿ ਤਜ ਬਨ ਖੰਡ ਜਾਈਐ, ਚੁਣ ਖਾਈਐ ਕੰਦਾ, ਅਜੋ ਵਿਕਾਰ ਨਾ ਛੋਟੇ, ਪਾਪੀ ਮਨ ਮੰਦਾ।
क्यों छूटो कैसे तरों, किवें इन्हां दुखां तो छुटिया जा सके, किवें इस संसार समुद्र तो तरिया जा सके। भवजल नित भारी, राख राख मेरे बीठला जन शरण तुम्हारी। फिर कहते बिखै बिखै की बासना सो तजी न जाई, अनेक जतन कर रखिए फिर लपटाई। सोच सोच के समझ समझ के जतन करीदा कि अपने आप को बचाइए, फिर नहीं बचता जीवन। फिर वो कदी लोभ विच प्रवृत्त हो जाता, कदी वासना विच, कदी हंकार विच, कदी मोह विच फस जाता है, कदी तृष्णा विच, कदी निंदिया के रस विच पैंदा, समझण नाल नहीं हुंदा। मैं छोटी जी बेनती दोहरा दिया, दोपहर भी बेनती कीती सी। समझना चंगी गल है, पर समझण दे नाल आदमी कदी संसार दे विकारां तो लोभ तो बच नहीं जा सकता। किसी चीज़ नूं समझ लेना चंगा। अकल लतीफ जिहड़े ने बड़े बड़े समझाते ने पोथियां खोल खोल। आप भी असी पढ़ने, असी आप भी समझने, लोगों को भी समझाया जाता है समझो, समझना चंगा है, कुछ हद तक कम देता है, ख्याल रखना। पर मैं बेनती की सी, हुण फिर बेनती करदे हां। एक बंदा कई साल पानी ते स्टडी करता रहा, विज्ञान के कई सबजैक्ट ने जो विद्यार्थी पढ़ते हैं, कोई हवा ते स्टडी करता है, कोई पानी ते, कोई सूरज ते स्टडी करता है, कोई चंद्रमा ते, कोई तारियां ते, वखरे वखरियां खोजां उन्होंने दित्तियां जांदियां, तो ये उत्ते काम करना। कोई आदमी 10 साल पानी ते खोज करता रहा, उसकी विद्या पढ़ता रहा 10 साल। उन्हें पानी बारे पढ़िया, पानी किवें बनता है, किहड़ियां गैसां इकट्ठियां होंदियां ने तां पानी बनता है, जदों पानी उठदा उदों किहड़ियां गैसां विच प्रवृत्त हो जांदा। बड़ी लंबी चौड़ी खोज उन्हें कीती, सारा जान लिया भी पानी की है, सारा कुछ समझ के ना पानी बारे। ते राह विच एक दरिया आया ते उहदे विच छाल मार दी, सोचा भी पानी बारे जान लिया, डुबण पानी मैनूं डोबण थोड़ी लगा, इहदे बारे समझ ते लिया ही। दरिया में छाल मार दी, हुण दरिया ने डोबना है। कोल कोई जा रहा सी, उन्हें मसा कढ़िया, उन्हें क्या सज्जना भोलिया क्यों छाल मारी विच? कहन लगा मैं 10 साल हो गए ने पानी बारे समझदे, मैं सोचा शायद ना डुबांगा, ते डुब ही जांदा। उन्हें कहा नहीं तेरी गलती है, पानी बारे समझण दे नाल पानी तो डुबण तो नहीं बचिया जा सकता। डुबण तो तां बचिया जा सकता है जां तेनू तरना सीखना पैगा जां बेड़ी ते चढ़ना पैना है। कोई पानी बारे जानन नाल पानी तो बच नहीं सकता, डोब देगा वो डोब देंदा है। इस तरह साडी जिंदगी दे विच जिहड़ा भव सागर है, 5 विकारां दा पानी भरिया होया है। असीं इहदे बारे जिन्ना मर्जी समझ लईए फिलासफी, ख्याल रखना, ये ना सोचिए भी असीं इन्हां तो इस तरह बचांगे। सानू गुरु के शब्द की बेड़ी ते सवार होना पैना है। गुरु साहब के दिते हुए जिहड़े अभ्यास है नाम का, उन्होंने करन तो बिना कोई बंदा समझण वाले दे उत्तों तरेगा नहीं। ये गलती उन्हें की, पानी ते तरन वास्ते तरना सीखना पैंदा है। ਉਹਦਾ विज्ञान पढ़न नाल, ਉਹਦੀ स्टडी करन नाल कोई नहीं बचता। इस करके गुरु ग्रंथ साहब पातशाह जी बारे कला अखरी ज्ञान लैन नाल कोई आदमी सोचे मैं संसार समुद्र विचों बच जांगा, ਉਹਦੇ नाल कुछ लाभ हो सकता। जानकारी तो वेखो किसी भी चीज़ की है ना, ਉਹਦਾ फायदा ही है, लाभ है, ਉਹਦਾ बहुत फायदा। पर तां जे असीं ਉਹਦੀ शक्ति नूं जान लईए भी ये कित्थों तक काम दे सकती, जानकारी कित्थों तक काम दे सकती, उस तो अगे नहीं। समझना तो सिर्फ जीवन दे विच सल्फ देण वर्गा, जिवें गड्डी नूं तोड़ना एक बारी सल्फ देना पेगा, उन्हें स्टार्ट कर देना, पर अगों ते काम करेगा ना उसका इंजन। सल्फ ने तो झटका देना, सिर्फ जानकारी ने तो सिर्फ झटका देना जिंदगी नूं भी अगे चल। क्या है गुरु साहब ने समझण वास्ते? ऐसी गल नहीं, गुरबाणी कह रही है समझो। विखै बाच हर राज, समझ मन बौरा रे, गयो ना राम जहाज।
बचन वास्ते क्या ते गया, पर समझना, विचारना, सोचना, याद कर लेना, अर्थ सिख लेने। मैं बेनती करा, सिर्फ सल्फ है, सल्फ का सिर्फ अद्धा मिनट भी नहीं, 2-4 पलों का काम होंदा, इस तो वध नहीं। बड़े लोग ने जिहड़े सानू सल्फ ही सिखाई जाते हैं भी सल्फ मारी जाओ, इंजन की तो लोड़ ही कोई नहीं, जीवन की लोड़ ही नहीं, कला सल्फ, कला ज्ञान सिखा सिखा के तोतियां वांगू रटा रटा के लोगों को आपस में पढ़ाई जा रहा है। ये बड़ी वड्डी गलती है। तो सतगुरु ये इशारा करते हैं, भगत कबीर साहब जी का शब्द साझा कर रहा सी, कहन लगे, बिखै बिखै की बासना सो तजी ना जाई, अनेक जतन कर रखिया फिर लपटाई। जरा जीवन जोबन गया किछ किया ना नीका, जिंदगी दे बहुत कीमती पल जेड़े ने सोचदियां सोचदियां अगे निकलते गए, करांगे होवेगा वेखांगे। जरा जीवन जोबन गया, सारी जवानी भी लंघ गई, बुढ़ेपा आ गया, बुढ़ेपा भी निकलता गया। किछ किया ना नीका, ये जीड़ा निर्मोल को, ये जिंदगी बड़ी ही निर्मोलक कीमती सी। कौडी लग मीका, मीका के अर्थ ने तोलना मड़िकना। इस जिंदगी नूं केवल पदार्थां ते मिट्टी नाल ही तोड़ते रहे सारी उम्र। ये जीड़ा निर्मोल को, कौडी लग मीका। इस तरह योग मत की है जिहदे नाल गुरु साहब अज वार्ता करन जा रहे हैं। योग मत एक विज्ञान है, शरीर की क्रिया है। शरीर के श्वासां नूं सोधना, शरीर दीयां नाड़ियां नूं सोध लेना, सीधी हड्डी रीढ़ की हड्डी नूं सीधा करके समाधि ला लेना। ये योग जिहड़ा ये गुरसिੱਖੀ विच नाम जपन नाल अपने आप आ जाता ख्याल। जदों मन शुद्ध होवेगा ना, शरीर ने अपने आप सुर होण लग पैना, सीधे होण लग। तो कहण तो भाव मैं तां ये बेनतियां कर रहा सां कि योग मत की है, मन नूं बेहोश करन दी एक प्रक्रिया है। आदमी दे मन नूं बेहोश किया जाता। ये फर्क है, मैं तां पहलां बेनतियां कर रहा क्योंकि अगे 3-4 दिन लगातार योगियां नाल गल चलेगी। गुरु साहब जी निरंतर उन्हां दे नाल सवाल जवाब होणगे। इस करके थोड़ियां जिहियां बेनतियां आरंभ विच तां कर रहा कि आप शौक नाल सुणदे हो, श्रोते हो भी योग की है, योग मत की है ते सिੱਖੀ मत की है, दोवां विच की फर्क। गुरु साहब ने उन्होंने खंडिया नहीं, उन्होंने माड़ा नहीं बोलिया, उन्होंने गलबात की। वो भी एक विज्ञान है, पर वह फर्क दसिया। मैं जी थोड़ी जी होर उदाहरण दस दे दियां। इन्हां विच फर्क है। योग मत जिहड़ा मन नूं बेहोश करता है, बेहोश करके मन जदों बेहोश हो जाता डिग पैंदा है। पर ਸਿੱਖੀ मत जिहड़ा वो नाम द्वारा मन नूं बेहोश नहीं करता, वो मन नूं साफ करता है। दोवां विच ये फर्क है। मन नूं संतुष्ट करता है जिहड़ा सिੱਖੀ दा अभ्यास है ना। आ जिहड़े अभ्यास असीं करने, तुसीं वेखोगे बड़ी काली काली, बड़ी तेज तेज असीं कहने ये अभ्यास है। ये अभ्यास की करते हैं? कहते ध्यान लग जाता। ध्यान लगेगा जरूर। ਇਹਦੇ ਨਾਲ ਕੀ ਹੋਵੇਗਾ ਕਿ ਇਹਦੇ ਨਾਲ ਮਨ ਬੇਹੋਸ਼ ਹੋ ਜਾਂਦਾ ਹੈ ਤੇ ਬੇਹੋਸ਼ੀ ਦੀ ਹਾਲਤ ਵਿੱਚ ਅਸੀਂ ਕਹਿੰਦੇ ਆ ਧਿਆਨ ਲੱਗ ਗਿਆ। ਉਹ ਧਿਆਨ ਨਹੀਂ ਹੁੰਦਾ। ਇੱਕ ਚੀਜ਼ ਨੂੰ ਮਾਰ ਕੁੱਟ ਕੇ ਇਕੱਠੇ ਕਰ ਦਿੱਤਾ, ਧਿਆਨ ਥੋੜੀ ਹੁੰਦਾ ਹੈ। ਇਹ ਹੈ ਯੋਗ ਮਤ ਕਿ ਕਿਸੇ ਸਾਧਨ ਦੁਆਰਾ ਮਨ ਨੂੰ ਬਹੁਤ ਤੇਜ਼ੀ ਦੇ ਨਾਲ ਕੁੱਟ ਮਾਰ ਕਰਕੇ ਚੁੱਪ ਕਰਾ ਦੇਣਾ ਤੇ ਉਹ ਫਿਰ ਹਿਲ ਜਾਂਦਾ ਹੈ। ਘੰਟਾ ਕੁ ਚੁੱਪ ਹੋ ਜਾਂਦਾ, 2 ਕੁ घंटे चुप हो जाता है। और फिर उन्होंने पता लग जाता भी इन्हें मैनू रोज़ चुप कराना है। उस अपने टाइम से पहले ही डर जाता मन। जो लोग समाधियां लाते हैं चौंकड़ियां मार के, वो पहले ही डर के इकट्ठा हो जाता भी हुण मैनू इन्हें किसी ना किसी साधन द्वारा बेहोश करना। उन्होंने पहले ही वो चुप करना शुरू कर देंदा। पर तुसी कदी वेखना इस तरह के जिहड़े हठ नाल अभ्यास करने वाले लोग ने, वो घंटा 2 ध्यान ला के रखते हैं, बाहर निकल के उन्होंने अखां विच क्रोध होएगा, सहज नहीं होएगा। झगड़ा करने क्रोधी होणगे, टिका नहीं होएगा। उन्होंने शब्दों विच कदी सहज नहीं आएगा। उन्होंने हर एक काम वखरा होंदा जाएगा। संसार एक वखरेपन विच, एक क्रोध विच जिउण लग पैण। ये योग मत ध्यान रखना।
ਇਹ ਨਿਰਣਾ ਕੀਤਾ ਗੁਰੂ ਸਾਹਿਬ ਨੇ ਕਿ ਵੀ ਮੇਰਾ ਸਿੱਖ ਕਿਤੇ ਇਸ ਚੱਕਰ 'ਚ ਨਾ ਪੈ ਜਾਏ। ਸਤਿਗੁਰੂ ਨੇ ਸਾਨੂੰ ਸਹਿਜ ਮਾਰਗ ਦਿੱਤਾ ਸੀ। ਹਾਂ, ਸਰੀਰ ਨੂੰ ਸੋਧਣ ਵਾਸਤੇ, ਸਰੀਰ ਦੀਆਂ ਆਦਤਾਂ ਨੂੰ ਠੀਕ ਕਰਨ ਵਾਸਤੇ ਕੁਝ ਹੱਦ ਤੱਕ ਸਰੀਰ ਤੇ ਸਖਤੀ ਕਰਨੀ ਜਾਇਜ਼ ਹੈ, ਜ਼ਰੂਰੀ ਹੈ। ਕੁਝ ਹੱਦ ਤੱਕ ਸਰੀਰ ਨੂੰ ਬਿਠਾਉਣ ਵਾਸਤੇ ਇਹਦੇ ਉੱਤੇ ਪ੍ਰੈਸ਼ਰ ਪਾਉਣਾ ਇੱਕ ਚੰਗੀ ਗੱਲ ਹੈ। ਉਹਨੂੰ ਦ੍ਰਿੜਤਾ ਕਹਿੰਦੇ ਨੇ। ਹੱਠ ਤਪ ਹੈ ਸਿੱਖੀ ਦੇ ਅੰਦਰ, ਪਰ ਇਸ ਤਰ੍ਹਾਂ ਦਾ ਨਹੀਂ। ਪਰ ਸਿੱਖੀ ਦਾ ਮਾਰਗ, ਮੈਂ ਫਿਰ ਦੁਹਰਾ ਦਿਆਂ, ਮਨ ਜਿਵੇਂ ਦਾ ਹੈ ਉਹਨੂੰ ਕੁੱਟਮਾਰ ਕਰਕੇ ਚੁੱਪ ਕਰਾ ਦੇਣਾ ਨਹੀਂ। ਸਿੱਖੀ ਦਾ ਮਾਰਗ ਹੈ ਵੀ ਮਨ ਨੂੰ ਧੋਣਾ। ਕਾਹਦੇ ਨਾਲ ਧੋਣਾ ਹੈ? ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਹਿੰਦੇ, ਸਹਸੇ ਜੀਉ ਮਲੀਨ ਹੈ, ਕਿਤ ਸੰਜਮ ਧੋਤਾ ਜਾਏ। ਇਹ ਮਨ ਸ਼ੱਕ ਕਰਕੇ ਮੈਲਾ ਹੈ। ਸਹਸੇ ਦਾ ਅਰਥ ਹੈ ਕਿਸੇ ਚੀਜ਼ ਦੇ ਉੱਤੇ ਪੂਰੀ ਤਰ੍ਹਾਂ ਵਿਸ਼ਵਾਸ ਨਾ ਹੋਣਾ। ਜਿਹੜਾ ਕੰਮ ਕਰਨਾ ਉਹਦੇ ਪ੍ਰਤੀ ਅੰਦਰੋਂ ਹਿਲਦੇ ਰਹਿਣਾ ਵੀ ਇਹ ਪਤਾ ਨਹੀਂ ਹੈ ਕਿ ਨਹੀਂ। ਇਹਨੂੰ ਕਹਿੰਦੇ ਨੇ ਆਦਮੀ ਸੰਸ਼ੇ ਵਿੱਚ ਪਿਆ ਹੈ। ਕੰਮ ਤੇ ਕਰ ਰਿਹਾ ਹੈ, ਪਰ ਸੰਸ਼ੇ ਵਿੱਚ ਜਦੋਂ ਆਦਮੀ ਡਬਲ ਮਾਈਂਡ ਹੁੰਦਾ, ਸੰਸ਼ੇ ਵਿੱਚ ਕੰਮ ਕਰਦਾ, ਉਹਦੇ ਹੱਥ ਵੀ ਢਿੱਲੇ ਹੁੰਦੇ ਨੇ, ਉਹਦਾ ਸਰੀਰ ਵੀ ਐਕਟਿਵ ਨਹੀਂ ਹੁੰਦਾ। ਇਸ ਤਰ੍ਹਾਂ ਜਿਹੜੇ ਲੋਕ ਆਪਣੇ ਵਾਂਗ ਬੇਭਰੋਸਗੀ ਨਾਲ ਮਨ ਦੇ ਕਈ ਹਿੱਸਿਆਂ ਦੁਆਰਾ, ਕਈ ਟੁਕੜਿਆਂ ਦੁਆਰਾ ਡਬਲ ਮਾਈਂਡ ਹੋ ਕੇ ਦੁਬਿਧਾ ਵਿੱਚ ਪੈ ਕੇ ਕੰਮ ਕਰਦੇ ਰਹਿੰਦੇ ਨੇ, ਉਹਨਾਂ ਦਾ ਇਸੇ ਤਰ੍ਹਾਂ ਸਰੀਰ ਕਦੀ ਨੀਂਦ ਆ ਜਾਂਦੀ, ਕਦੀ ਜਾਗ ਪੈਂਦੇ, ਕਦੀ ਉੱਠ ਪੈਂਦੇ, ਕਦੀ ਛੱਡ ਦਿੰਦੇ, ਇਸ ਤਰ੍ਹਾਂ ਹੁੰਦਾ ਨੇ। ਪਰ ਸਤਿਗੁਰੂ ਨੇ ਜਿਹੜਾ ਸਾਨੂੰ ਮਾਰਗ ਦਿੱਤਾ, ਉਹਨਾਂ ਨੇ ਕਿਹਾ ਵੀ ਤੂੰ ਆਪਣੇ ਮਨ ਨੂੰ ਪੂਰਾ ਤੋਰ, ਸਾਬਤ ਰੱਖ। ਸਾਬਤ ਰੱਖ ਕੇ ਕੋਈ ਵੀ ਕਰਮ ਕਰਨਾ, ਭਾਵੇਂ ਘੱਟ ਕਰ, ਭਾਵੇਂ ਛੋਟਾ ਕਰ, ਪਰ ਤੂੰ ਸਾਬਤ ਹੋਣਾ ਚਾਹੀਦਾ। ਤੇਰੇ ਮਨ ਦੇ ਵਿੱਚ ਕੋਈ ਸੰਸਾ ਨਹੀਂ ਹੋਣਾ ਚਾਹੀਦਾ, ਮੈਂ ਬਾਣੀ ਪੜ੍ਹ ਰਿਹਾ ਤੇ ਇਹਦੇ ਵਿੱਚ ਤਾਕਤ ਨਹੀਂ, ਇਹ ਸੰਸਾ ਨਹੀਂ ਹੋਣਾ ਚਾਹੀਦਾ। ਮੈਂ ਨਾਮ ਜਪ ਰਿਹਾ ਤੇ ਇਹਦੇ ਵਿੱਚ ਬਰਕਤ ਨਹੀਂ, ਇਹ ਸੰਸਾ ਨਹੀਂ ਹੋਣਾ ਚਾਹੀਦਾ। ਜੇ ਸੰਸਾ ਹੈ ਤੇ ਮੈਲ ਹੈ। ਇਸ ਕਰਕੇ ਕਹਿੰਦੇ ਸਹਸੇ ਜੀਉ ਮਲੀਨ ਹੈ। ਸ਼ੱਕ ਨਾਲ ਹੀ ਮਨ ਮੈਲਾ ਹੁੰਦਾ ਹੈ। ਫਿਰ ਮਹਾਰਾਜ ਜੀ ਉਸ ਮਨ ਨੂੰ ਕਿਵੇਂ ਸਾਫ਼ ਕਰੀਏ ਜਿਹੜਾ ਸ਼ੱਕ ਦੁਆਰਾ ਅਤੀ ਮੈਲਾ ਹੈ? ਤੇ ਸਤਿਗੁਰੂ ਨੇ ਬਚਨ ਕੀਤੇ, ਕਿਤ ਸੰਜਮ ਧੋਤਾ ਜਾਏ। ਕਿਸ ਤਰੀਕੇ ਨਾਲ ਉਸ ਮਨ ਨੂੰ ਸੋਧਿਆ ਜਾਏ ਜੋ ਕਿ ਸ਼ੰਕਿਆ ਨਾਲ, ਬੇਭਰੋਸਗੀ ਨਾਲ, ਬੇਤਰਤੀਬਗੀ ਨਾਲ ਭਰਿਆ ਹੋਇਆ ਹੈ। ਤੇ ਅੱਗੇ ਹਜ਼ੂਰ ਜਵਾਬ ਦਿੰਦੇ ਨੇ, ਮਨ ਧੋਵੋ ਸ਼ਬਦ ਲਾਗੋ। ਗੁਰੂ ਕੇ ਸ਼ਬਦ ਵਿੱਚ ਜੁੜ ਕੇ, ਨਾਮ ਨਾਲ ਸਾਂਝ ਪਾ ਕੇ, ਗੁਰਬਾਣੀ ਨਾਲ ਸਾਂਝ ਪਾ ਕੇ ਹੀ ਉਸ ਸ਼ੱਕ ਨਾਲ ਮੈਲੇ ਹੋਏ ਮਨ ਨੂੰ ਧੋ ਲਈਦਾ। ਉਹਦੇ ਨਾਲ ਧੁੱਪ ਸਕਦਾ, ਉਹਦੇ ਨਾਲ ਹੋਰ ਕੋਈ ਚੀਜ਼ ਉਸ ਤੱਕ ਨਹੀਂ ਜਾ ਸਕਦੀ। ਮਨ ਤੱਕ ਕੋਈ ਚੀਜ਼ ਹੋਰ ਪਹੁੰਚਦੀ ਨਹੀਂ। ਜਿੱਥੇ ਦਰਦ ਹੈ ਦਵਾਈ ਉੱਥੇ ਜਾਏ ਤਾਂ ਕੰਮ ਕਰੇਗੀ। ਦਵਾਈ ਗਲਤ ਖਾਣ ਨਾਲ ਭਾਵੇਂ ਸਾਰੀ ਉਮਰ ਖਾਂਦੇ ਰਹੋ, ਰੋਗ ਹੈ ਮਨੁੱਖ ਦੇ ਮਨ ਵਿੱਚ। ਉੱਥੋਂ ਤੱਕ ਸਿਰਫ ਉਹਦੀ ਯਾਦ, ਉਹਦਾ ਪਿਆਰ, ਉਹਦੀ ਭਾਵਨਾ ਨਾਲ ਜਪਿਆ ਹੋਇਆ ਨਾਮ, ਉਹਦੀਆਂ ਤਰੰਗਾਂ ਜਾ ਸਕਦੀਆਂ। ਉਹਦੇ ਤੋਂ ਬਿਨਾਂ ਮਨ ਨਹੀਂ ਸੋਧਿਆ ਜਾਂਦਾ। ਇਸ ਕਰਕੇ ਕਹਿੰਦੇ, ਮਨ ਧੋਵੋ ਸ਼ਬਦ ਲਾਗੋ, ਹਰਿ ਸਿਉ ਰਹੋ ਚਿਤ ਲਾਏ। ਕਹੈ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ। ਇਸ ਤਰ੍ਹਾਂ ਗੁਰੂ ਦੀ ਕਿਰਪਾ ਦੁਆਰਾ ਆਪਣੇ ਅੰਦਰ ਸਹਿਜ ਅਵਸਥਾ ਪੈਦਾ ਹੋ ਜਾਏ। ਇਹ ਸਹਿਸਾ ਇਵ ਜਾਏ। ਇਹ ਮਨ ਦੀ ਮੈਲ ਤੇ ਸੰਸਾ ਇਸ ਤਰ੍ਹਾਂ ਜਾ ਸਕਦਾ ਹੈ। ਮੈਂ ਇਹ ਸਿਰਫ ਵਿਸ਼ਾ ਤਾਂ ਕਹਿ ਰਿਹਾ ਸਾਂ, ਯੋਗ ਮਤ ਵਾਰ-ਵਾਰ ਆਏਗਾ ਗੁਰਬਾਣੀ ਵਿੱਚ। ਸਤਿਗੁਰੂ ਨੇ ਇਹਨਾਂ ਨਾਲ ਪਹੁੰਚ ਕੇ ਵਾਰਤਾ ਕੀਤੀ। ਇੱਕ ਮੈਂ ਇੱਥੇ ਬੇਨਤੀ ਕਰਨੀ ਚਾਹੁੰਦਾ, ਇਹ ਯੋਗੀ ਕੋਈ ਆਮ ਆਦਮੀ ਨਹੀਂ ਸਨ ਕਿ ਗੁਰੂ ਸਾਹਿਬ ਇੰਨੇ ਪਹਾੜ ਲੰਘ ਕੇ ਇਹਨਾਂ ਕੋਲ ਗਏ। ਇਹਨਾਂ ਨੂੰ ਕਿਉਂ ਚੁਣਿਆ? ਇਹਨਾਂ ਨਾਲ ਵਾਰਤਾ ਕਿਉਂ ਕੀਤੀ? ਇਹਨਾਂ ਨਾਲ ਤਾਂ ਵਾਰਤਾ ਕੀਤੀ ਕਿ ਇਹ ਆਪਣੇ ਮਾਰਗ ਦੇ ਉੱਤੇ ਮਿਹਨਤ ਕਰ ਰਹੇ ਸਨ ਤੇ ਗੁਰੂ ਸਾਹਿਬ ਤਾਂ ਇਹਨਾਂ ਕੋਲ ਗਏ। ਘੱਟੋ ਘੱਟ ਭਾਵੇਂ ਰਸਤਾ ਉਹਨਾਂ ਦਾ ਆਪਣਾ ਸੀ ਜਿਹੜਾ ਉਹਨਾਂ ਚੁਣਿਆ, ਪਰ ਕੰਮ ਤੇ ਕਰਦੇ ਸਨ ਨਾ, ਆਪਣੇ ਵਾਂਗੂ ਥੋੜੀ। ਯੋਗੀ ਸਨ, ਉਹਨਾਂ ਨੇ ਆਪਣੇ ਆਸਨਾਂ ਦੇ ਉੱਤੇ ਕੰਮ ਕੀਤਾ ਸੀ, 84 ਆਸਨ ਸਿੱਖੇ ਸੀ, ਮਿਹਨਤ ਕਰਦੇ ਸੀ। ਇਸ ਕਰਕੇ ਬਾਬੇ ਨਾਨਕ ਨੇ ਉਹਨਾਂ ਨਾਲ ਮੋਹ ਕੀਤਾ। ਮੋਹ ਸੀ ਤਾਂ ਹੀ ਮਿਲਣ ਗਏ ਸੀ। ਭਾਵੇਂ ਉਹ ਗਲਤ ਰਾਹ ਤੇ ਜਾ ਰਹੇ ਸਨ, ਆਸਨ ਸਿੱਖ ਸਿੱਖ ਕੇ ਉਹ ਤਾਕਤਾਂ ਇਕੱਠੀਆਂ ਕਰਦੇ ਸਨ। ਇਸ ਤਰ੍ਹਾਂ ਨਹੀਂ ਕਿ ਸਾਡੇ ਵਾਂਗ ਨਾਮ ਧਰਾ ਲਿਆ ਸਿੱਖ,
ਤੇ ਕਦੇ ਸਟੱਡੀ ਨਹੀਂ ਕੀਤੀ ਸਿੱਖੀ ਤੇ, ਕਦੀ ਉਹਦੇ ਬਾਰੇ ਕੰਮ ਨਹੀਂ ਕੀਤਾ। ਇਸ ਤਰ੍ਹਾਂ ਦੇ ਲੋਕਾਂ ਨਾਲ ਕਿੱਥੇ ਗੁਰੂ ਮੋਹ ਕਰੇਗਾ? ਜਿਹੜਾ ਆਪਣੇ ਕੰਮ ਦੇ ਵਿੱਚ, ਆਪਣੇ ਕਾਰਜ ਦੇ ਪ੍ਰਤੀ ਜਾਗੀ ਨਹੀਂ, ਜਿਹਨੇ ਆਪਣੇ ਟਾਈਮ ਤੇ ਕਦੀ ਵਿੱਦਿਆ ਨਹੀਂ ਲਈ, ਕਦੀ ਆਪਣੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਇੱਕ ਸ਼ਬਦ ਵੀ ਸੁਣਿਆ ਨਹੀਂ, ਕਦੀ ਪੜ੍ਹਿਆ ਨਹੀਂ, ਨਿਤਨੇਮ ਨਹੀਂ ਕੀਤਾ, ਉਹ ਵਿਅਕਤੀ ਕਿਵੇਂ ਸਿੱਖ ਹੋ ਸਕਦਾ? ਗੁਰੂ ਉਹਦੇ ਨਾਲ ਕਿਵੇਂ ਮੋਹ ਕਰੇਗਾ? ਸਤਿਗੁਰੂ ਨੇ ਕੰਮ ਕਰਨ ਵਾਲੇ ਲੋਕਾਂ ਨਾਲ ਪ੍ਰੇਮ ਕੀਤਾ, ਜਿਹੜੇ ਆਪਣੇ ਰਾਹ ਦੇ ਉੱਤੇ ਪੂਰੀ ਤਰ੍ਹਾਂ ਕੰਮ ਕਰ ਰਹੇ ਨੇ, ਮਿਹਨਤ ਕਰ ਰਹੇ ਨੇ। ਤਾਂ ਉਹਨਾਂ ਯੋਗੀਆਂ ਨੂੰ ਚੁਣਿਆ, ਭਾਵੇਂ ਉਹਨਾਂ ਦਾ ਰਸਤਾ ਅਲੱਗ ਸੀ, ਪਰ ਉਹਨਾਂ ਨਾਲ ਜਾ ਜਾ ਕੇ ਵਾਰਤਾ ਕਰਦੇ ਰਹੇ। ਤੁਸੀਂ ਹੈਰਾਨ ਹੋਵੋਗੇ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਪੰਡਤਾਂ ਨਾਲ ਵਾਰਤਾ ਦੇ ਸ਼ਬਦ ਬਹੁਤ ਘੱਟ ਨੇ। ਜਿੱਥੇ ਕਿਸੇ ਪੰਡਤ ਨਾਲ ਵਾਰਤਾ ਕੀਤੀ ਹੋਵੇ, ਕਿਸੇ ਮੁੱਲਾ ਨਾਲ ਵਾਰਤਾ ਕੀਤੀ ਹੋਵੇ, ਬੜੇ ਸ਼ਬਦ ਘੱਟ ਨੇ। ਪਰ ਸਿੱਧਾ ਨਾਲ ਗੱਲਬਾਤ ਕਰਦੇ ਆ, ਇੱਕ ਪੂਰੀ ਦੀ ਪੂਰੀ ਬਾਣੀ ਉਚਾਰ ਦਿੱਤੀ ਗੁਰੂ ਸਾਹਿਬ ਨੇ। ਸਿੱਧ ਗੋਸ਼ਟ ਬਾਣੀ ਤੁਸੀਂ ਸੁਣਦੇ ਹੋ, ਸਿੱਧ ਗੋਸ਼ਟੀ, ਉਹਨਾਂ ਨਾਲ ਗੋਸ਼ਟੀ ਕੀਤੀ ਸਿੱਧਾਂ ਦੇ ਨਾਲ। ਤਾਂ ਕੀਤੀ ਕਿਉਂਕਿ ਉਹ ਆਪਣੇ ਕੰਮ ਦੇ ਪ੍ਰਤੀ ਪੂਰੀ ਤਰ੍ਹਾਂ ਉਹਨੂੰ ਅਟੈਂਡ ਕਰ ਰਹੇ ਸਨ, ਉਹਦੇ ਪ੍ਰਤੀ ਜਾਗ ਰਹੇ ਸਨ। ਉਹ ਆਪਣੇ ਕੰਮ ਦੇ ਪ੍ਰਤੀ ਅੱਧੇ ਨਹੀਂ ਸਨ, ਸਾਧਨਾਵਾਂ ਕਰ ਰਹੇ ਸਨ। ਇਸ ਕਰਕੇ ਉਹਨਾਂ ਨਾਲ ਬਹੁਤ ਲੰਬੀ ਵਾਰਤਾ ਕੀਤੀ, ਔਰ ਉਹਨਾਂ ਦੇ ਨਾਲ ਜਿਹੜੀ ਸੰਬੰਧਿਤ ਬਾਣੀ ਸੀ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਵੀ ਕਰ ਦਿੱਤੀ। ਤਾਂ ਸਾਡੇ ਵਾਂਗ ਨਹੀਂ ਸਨ ਵੀ ਜਿਨ੍ਹਾਂ ਨੂੰ ਸਾਨੂੰ 10 ਗੁਰੂਆਂ ਦੇ ਨਾਮ ਵੀ ਅਜੇ ਤੱਕ ਯਾਦ ਨਹੀਂ। ਵੈਸੇ ਆਪਾਂ ਸਿੱਖ ਹਾਂ, ਸਾਨੂੰ ਇਹ ਵੀ ਪਤਾ ਨਹੀਂ ਵੀ ਸਿੱਖ ਧਰਮ ਕਿੱਥੋਂ ਸ਼ੁਰੂ ਹੋਇਆ ਸੀ, ਇਹ 5 ਤਖਤ ਕੀ ਹੁੰਦੇ ਨੇ। ਇਹਦਾ ਮਤਲਬ ਹੈ ਕਿ ਅਸੀਂ ਵੈਸੇ ਸਿੱਖ, ਇੱਕ ਜਿਵੇਂ ਵਹੀਰ ਤੁਰਦਾ ਹੈ, ਲੋਕ ਮੇਲਿਆਂ ਤੇ ਜਾਂਦੇ ਨੇ, ਤੀਰਥਾਂ ਤੇ, ਅਸੀਂ ਵੀ ਉਸੇ ਤਰ੍ਹਾਂ ਇੱਕ ਬਸ ਰਿਵਾਜ ਸਿੱਖ ਲਿਆ ਵੀ ਮੱਥਾ ਟੇਕਣਾ, ਕੰਨਾਂ ਨੂੰ ਹੱਥ ਲਾਉਣਾ, ਇੱਧਰੋਂ ਦੀ ਆਉਣਾ, ਉੱਧਰੋਂ ਦੀ ਆਉਣਾ। ਉਹਦੇ ਪ੍ਰਤੀ ਅਸੀਂ ਜਾਗੇ ਨਹੀਂ। ਤਾਂ ਸਤਿਗੁਰੂ ਦਾ ਐਸੇ ਲੋਕਾਂ ਨਾਲ ਫਿਰ ਮੋਹ ਨਹੀਂ। ਮੈਂ ਸਿਰਫ ਬੇਨਤੀ ਕਰ ਰਿਹਾ ਸਾਂ, ਜੋਗੀਆਂ ਨਾਲ ਸੰਬੰਧ ਤਾਂ ਸੀ, ਭਾਵੇਂ ਉਹਨਾਂ ਨੂੰ ਸਮਝਾਇਆ ਕਿ ਤੁਸੀਂ ਇੰਨਾ ਸਮਾਂ ਲਾ ਕੇ ਗਲਤ ਰਾਹਾਂ ਤੇ ਜਾ ਰਹੇ ਹੋ। ਤਾਂ ਉਹਨਾਂ ਨਾਲ ਹੁਣ ਅਗਲੀ ਵਾਰਤਾ ਸਾਰੀਆਂ ਪੌੜੀਆਂ ਵਿੱਚ ਸਤਿਗੁਰੂ ਕਰਨਗੇ। ਭਾਈ ਗੁਰਦਾਸ ਸਾਹਿਬ ਉਹਦਾ ਨਕਸ਼ਾ ਦੱਸ ਰਹੇ ਨੇ। ਕਹਿੰਦੇ ਬਾਬੇ ਡਿੱਠੀ ਪ੍ਰਿਥਵੀ ਨਵੇਂ ਖੰਡ ਜਿੱਥੈ ਤੱਕ ਆਹੀ। ਸਤਿਗੁਰਾਂ ਨੂੰ ਜਦੋਂ ਬਖਸ਼ਿਸ਼ ਹੋਈ ਨਾ, ਅਕਾਲ ਪੁਰਖ ਵੱਲੋਂ ਇਹ ਡਿਊਟੀ ਲੱਗੀ, ਕਿਉਂਕਿ ਸਿੱਖ ਧਰਮ ਜਿਹੜਾ ਹੈ ਉਹ ਆਪਣੇ ਦਾਇਰੇ ਤੱਕ ਸੀਮਤ ਨਹੀਂ ਕਿ ਮੈਂ ਧਰਮ ਕਮਾਉਣਾ ਹੈ, ਮੈਂ ਸੁਖੀ ਹੋਣਾ ਹੈ। ਸਤਿਗੁਰੂ ਦਾ ਇੱਕ ਉਹਨਾਂ ਨੂੰ ਜਿਹੜਾ ਉਪਦੇਸ਼ ਮਿਲਿਆ, ਉਹਨਾਂ ਸਾਨੂੰ ਵੀ ਉਪਦੇਸ਼ ਦਿੱਤਾ ਕਿ ਤੂੰ ਜੇ ਸਿੱਖੀ ਕਮਾ ਰਿਹਾ ਤੇ ਜਿੱਥੇ ਤੂੰ ਕੰਮ ਕਰ ਰਿਹਾ ਉੱਥੇ ਤੂੰ ਸਿੱਖੀ ਬਾਰੇ ਦੱਸ, ਉੱਥੇ ਸਿੱਖੀ ਬਾਰੇ ਦੱਸ ਵੀ ਤੇਰੇ ਗੁਰੂ ਦਾ ਹੁਕਮ ਕੀ ਹੈ। ਇਹ ਚੀਜ਼ ਗੁਰੂ ਸਾਹਿਬ ਨੇ ਵਰਤੀ। ਜਿਹੜਾ ਦਾਨ ਉਹਨਾਂ ਨੂੰ ਮਿਲਿਆ ਸੀ ਉਹ ਉਪਦੇਸ਼ ਅੱਗੇ ਦਿੱਤਾ ਕਿ ਹਰਿ ਕਾ ਨਾਮ ਧਿਆਏ ਸੁਣ ਸਭਨਾਂ ਨੂੰ ਕਰ ਦਾਨ। ਇਸੇ ਤਰ੍ਹਾਂ ਹਰ ਇੱਕ ਸਿੱਖ ਦਾ ਫਰਜ਼ ਬਣਦਾ ਹੈ, ਉਹ ਜਿੱਥੇ ਆਪ ਸਿੱਖ ਹੈ, ਉਹ ਜਿਹੜੇ ਕੰਮ ਵਿੱਚ ਪਿਆ ਹੈ ਉੱਥੇ ਸਿੱਖੀ ਦੀ ਗੱਲ ਕਰੇ। ਪਰ ਉਹ ਸਿੱਖੀ ਦੀ ਗੱਲ ਤਾਂ ਕਰੇਗਾ ਜੇ ਉਹਦੇ ਕੋਲ ਆਪਣੀ ਸਿੱਖੀ ਹੋਵੇਗੀ। ਅੱਗੇ ਕਹੇਗਾ ਯਥਾ ਯਕਤ ਜਿੰਨਾ ਹੋ ਸਕੇ ਉਹਦੇ ਬਾਰੇ ਕਵੇ, ਜ਼ਰੂਰੀ ਨਹੀਂ ਕਿ ਪੂਰਾ ਕਵੇ। ਉਹਦੇ ਵਾਸਤੇ ਇਹ ਜ਼ਰੂਰੀ ਹੈ, ਉਹਨੂੰ ਹੁਕਮ ਹੈ ਕਿ ਉਹ ਪਾਰ ਬ੍ਰਹਮ ਕਾ ਪੰਥ ਕਰੇ। ਜਦੋਂ ਗੁਰੂ ਨਾਨਕ ਸਾਹਿਬ ਨੇ ਦੂਜੇ ਪਾਤਸ਼ਾਹ ਨੂੰ ਗੁਰਤਾ ਗੱਦੀ ਦਿੱਤੀ ਸੀ, ਨਾਲ ਇਹ ਹੁਕਮ ਕੀਤਾ ਸੀ ਕਿ ਲੈਣਿਆ ਪੁਰਖਾ ਪਾਰ ਬ੍ਰਹਮ ਕਾ ਪੰਥ ਕਰਨਾ, ਸਿੱਖੀ ਨੂੰ ਵਧਾਉਣਾ। ਤੇ ਜਿੱਦਣ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅਖੀਰ ਤੇ ਨੰਦੇੜ ਦੀ ਧਰਤੀ ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਦਿੱਤੀ, ਉਦਣ ਵੀ ਇਹ ਸਿੱਖਾਂ ਨੂੰ ਉਪਦੇਸ਼ ਜਿਹੜਾ ਦਿੱਤਾ ਸੀ, ਉਹਦੇ ਵਿੱਚ ਇਹ ਬਚਨ ਆਏ ਸਨ ਕਿ ਜਿੱਥੇ ਤੁਸੀਂ ਖੁਦ ਸਿੱਖ ਹੋ ਉੱਥੇ ਤੁਹਾਨੂੰ ਇਹ ਵੀ ਹੁਕਮ ਹੈ ਕਿ ਪੰਥ ਦਾ ਭਲਾ ਲੋਚਣਾ, ਪੰਥ ਦਾ ਵਾਧਾ ਲੋਚਣਾ। ਪੰਥ ਵਧੇ, ਜ਼ਿਆਦਾ ਹੋਵੇ, ਜ਼ਿਆਦਾ ਲੋਕਾਂ ਕੋਲ ਜਾਏ। ਇਹ ਉਪਦੇਸ਼ ਇਸ ਆਧਾਰ ਤੇ ਗੁਰੂ ਸਾਹਿਬ ਧਰਤੀ ਦੇ ਕਈ ਖਿੱਤਿਆਂ ਵਿੱਚ ਗਏ ਔਰ ਕਹਿੰਦੇ ਸਾਰੀ ਪ੍ਰਿਥਵੀ ਇੱਥੋਂ ਤੱਕ ਕਿ ਹੁਣ ਨਿਸ਼ਾਨ ਮਿਲਦੇ ਨੇ। ਕੁਝ ਥਾਵਾਂ ਤੇ ਖੋਜ ਲਈਆਂ ਗਈਆਂ। ਗੁਰੂ ਨਾਨਕ ਸਾਹਿਬ ਦੇ ਯੂਰਪ ਵਿੱਚ ਵੀ ਕਿਤੇ ਕਿਤੇ ਇਹ ਨਿਸ਼ਾਨ ਮਿਲੇ ਨੇ ਕਿ ਸਤਿਗੁਰੂ ਇੱਧਰ ਸਮੁੰਦਰ ਤੋਂ ਪਾਰ ਯੂਰਪ ਤੱਕ ਵੀ ਆਏ ਨੇ ਉਦਾਸੀਆਂ ਕਰਕੇ। ਅਜੇ ਪੂਰੀ ਤਰ੍ਹਾਂ ਉਹ
सबूत नहीं सामने आए, पर ਉਹਦੀ खोज हो रही, ਉਹਦੀਆਂ ਲਿਖਤਾਂ ਲੱਭੀਆਂ कि सतगुरु ਦੀ ਇੱਥੋਂ ਦੇ ਲੋਕਾਂ ਨਾਲ ਵੀ ਵਾਰਤਾ ਹੋਈ ਹੈ। ਇੰਨੀ ਦੂਰ ਉਹ ਪ੍ਰਚਾਰ ਵਾਸਤੇ, ਪਰਮਾਤਮਾ ਦਾ ਸੰਦੇਸ਼ ਦੇਣ ਵਾਸਤੇ ਸੰਸਾਰ ਵਿੱਚ ਪਹੁੰਚੇ। ਤੇ ਸਾਧ ਸੰਗਤ ਇਹਦੇ ਬਾਰੇ ਭਾਈ ਗੁਰਦਾਸ ਜੀ ਉਹਨਾਂ ਦੀ ਜੀਵਨ ਦੀ ਸਾਰੀ ਕਹਾਣੀ ਇਹਨਾਂ ਪੌੜੀਆਂ ਵਿੱਚ ਦੱਸ ਰਹੇ ਨੇ ਕਿ ਜਿੱਥੋਂ ਤੱਕ ਪ੍ਰਿਥਵੀ ਸੀ, ਜਿੱਥੋਂ ਤੱਕ ਧਰਤੀ ਸੀ, ਇਹਦਾ ਮਤਲਬ ਉਸ ਵੇਲੇ ਗੁਰੂ ਸਾਹਿਬ ਨੇ ਜਾ ਕੇ ਦੱਸਿਆ। ਭਾਈ ਗੁਰਦਾਸ ਸਾਹਿਬ ਕਹਿ ਰਹੇ ਨੇ ਪ੍ਰਿਥਵੀ ਜਿੱਥੋਂ ਤੱਕ ਸੀ, ਗੁਰੂ ਬਾਬਾ ਜੀ ਉੱਥੋਂ ਤੱਕ ਗਏ। ਹੋ ਸਕਦਾ ਹੈ ਆਉਣ ਵਾਲੇ ਸਮੇਂ ਵਿੱਚ ਸਾਰੇ ਦੇਸ਼ਾਂ ਵਿੱਚ ਐਸੇ ਨਿਸ਼ਾਨ ਮਿਲ ਜਾਣ ਜਿੱਥੋਂ ਪਤਾ ਲੱਗੇ ਵੀ ਗੁਰੂ ਸਾਹਿਬ ਸਾਰੇ ਦੇਸ਼ਾਂ ਵਿੱਚ ਗਏ ਨੇ, ਸਾਰੇ ਥਾਵਾਂ ਤੇ ਗਏ, ਕਿਉਂਕਿ ਭਾਈ ਸਾਹਿਬ ਕਹਿ ਰਹੇ ਨੇ ਸਾਰੀ ਪ੍ਰਿਥਵੀ ਤੇ ਗਏ ਔਰ ਸਤਿਗੁਰੂ ਨੇ ਜਾ ਕੇ ਦੱਸਿਆ। ਔਰ ਇਹ ਮੁਮਕਿਨ ਨਹੀਂ ਹੋ ਸਕਿਆ ਵੀ ਉਹਨਾਂ ਦੇਸ਼ਾਂ ਦੇ ਨਾਮ ਲਿਖੇ ਜਾਣ, ਉਹਨਾਂ ਨੂੰ ਲਿਖਤ ਵਿੱਚ ਲੈ ਆਂਦਾ ਜਾਏ, ਇੰਨਾ ਸਮਾਂ ਨਹੀਂ ਸੀ, ਇੰਨੇ ਸਾਧਨ ਨਹੀਂ ਸਨ। ਤਾਂ ਇੱਥੇ ਕਹਿ ਰਹੇ ਨੇ ਜਿੱਥੋਂ ਤੱਕ ਧਰਤੀ ਸੀ ਸਤਿਗੁਰੂ ਗਏ। ਤੇ ਉਹਨਾਂ ਵਿੱਚੋਂ ਇੱਕ ਘਟਨਾ ਹੈ, ਫਿਰ ਜਾਏ ਚੜਿਆ ਸੁਮੇਰ ਪਰ। ਸੁਮੇਰ ਇੱਕ ਪਰਬਤ ਹੈ, ਹਿਮਾਲਿਆ ਪਰਬਤ, ਬਹੁਤ ਉੱਚਾ ਹੈ। ਇਸ ਇਲਾਕੇ ਦਾ ਮੌਸਮ ਜਿਹੜਾ ਉਹ ਭਗਤੀ ਕਰਨ ਵਾਸਤੇ ਚੰਗਾ ਸੀ। ਬਰਫਾਂ ਵਿੱਚ ਹੈ ਤੇ ਸਿੱਖ ਹੈ, ਜਪ ਨਹੀਂ ਸਿੱਖ ਨਹੀਂ ਹੈ। ਸਿੱਖ ਦਾ ਪਹਿਲਾ ਸਬਜੈਕਟ ਜਿਹੜਾ ਕੁਝ ਜਪਣਾ, ਫਿਰ ਉਸ ਜਪ ਨੂੰ ਸੁਣਨਾ, ਫਿਰ ਉਹਨੂੰ ਪ੍ਰੇਮ ਕਰਨਾ, ਫਿਰ ਉਹਨੂੰ ਜਾਣਨਾ, ਇਹ ਹੈ ਸਿੱਖੀ ਦਾ ਮੂਲ ਸਿਧਾਂਤ ਜਿਹੜਾ ਗੁਰੂ ਬਾਬਾ ਜੀ ਸਿੱਧਾਂ ਨੂੰ ਕਹਿ ਰਹੇ ਨੇ। ਉਹਨਾਂ ਪੁੱਛਿਆ ਤਾਕਤ ਤੁਹਾਡੇ ਕੋਲ ਕਿੱਥੋਂ ਆਈ? ਕਹਿਣ ਲੱਗੇ ਅਸੀਂ ਰੱਬ ਨੂੰ ਜਪਿਆ, ਹਉ ਜਪਿਆ ਪਰਮੇਸ਼ਰੋ। ਕਹਿੰਦੇ ਕਿਵੇਂ ਜਪਿਆ? ਜਪਦੇ ਤੇ ਅਸੀਂ ਵੀ ਹਾਂ, ਬੜੇ ਲੋਕ ਜਪਦੇ। ਹੁਣ ਇੱਥੇ ਆ ਕੇ ਫਰਕ ਪੈ ਗਿਆ, ਜਪਣ ਵਾਲਿਆਂ ਦੀ ਕਮੀ ਨਹੀਂ, ਪਰ ਕਿਵੇਂ ਜਪਦੇ ਨੇ ਇਸ ਚੀਜ਼ ਵਿੱਚ ਫਰਕ ਬਹੁਤ ਜ਼ਿਆਦਾ ਹੈ। ਜਪਣ ਵਾਲੇ ਗੁਰੂ ਸਾਹਿਬ ਤੋਂ ਪਹਿਲਾਂ ਵੀ ਸਨ। ਰਾਮ ਰਾਮ ਜਪਣ ਵਾਲੇ ਸਾਰੀ ਤਰ੍ਹਾਂ ਦੇ ਸਨ। ਕੋਈ ਖੁਦਾ ਜਪਦਾ ਸੀ, ਕੋਈ ਰਾਮ ਸੀ, ਕੋਈ ਹਰੀ ਜਪਦਾ ਸੀ। ਆਪਾਂ ਵੀ ਹੁਣ ਆਪਣੇ ਧਰਮ ਦੇ ਅਨੁਸਾਰ ਸਾਰੇ ਜਪਦੇ ਹਾਂ, ਪਰ ਉਹ ਜਾਪ ਕਿਹੜਾ ਜਿਹਨੂੰ ਗੁਰੂ ਸਾਹਿਬ ਕਹਿ ਰਹੇ ਨੇ? ਉਹ ਜਾਪ ਹੈ ਜਿਹਦੇ ਵਿੱਚ ਜਪਣ ਵਾਲਾ ਜਾਗਿਆ ਹੋਇਆ, ਜੋ ਕੁਝ ਉਹ ਜਪ ਰਿਹਾ ਉਹਨੂੰ ਚੰਗੀ ਤਰ੍ਹਾਂ ਜਾਗ ਕੇ ਸੁਣ ਰਿਹਾ, ਸੁੱਤਾ ਹੋਇਆ ਨਹੀਂ। ਸੌਣ ਦਾ ਮਤਲਬ ਹੈ ਕਿ ਖਿਆਲਾਂ ਵਿੱਚ ਪਿਆ ਹੋਇਆ, ਉਹ ਸੁੱਤਾ ਨਹੀਂ ਹੈ, ਜਾਗ ਕੇ ਜਪ ਰਿਹਾ। ਜਿਵੇਂ ਆਪਾਂ ਇੱਥੇ ਬੈਠੇ ਹਾਂ, ਜੇ ਧਿਆਨ ਵਿੱਚੋਂ ਨਿਕਲ ਗਿਆ, ਬਾਹਰ ਚਲਾ ਗਿਆ, ਇਹ ਜਾਪ ਨਹੀਂ, ਨਾ ਇਹ ਸਰੋਤ ਹੈ, ਨਾ ਇਹ ਬੋਲਣਾ। ਇਹ ਚੀਜ਼ ਉਹਨਾਂ ਨੇ ਕਹੀ ਕਿ ਅਸੀਂ ਜਪਿਆ, ਤੇ ਸਿੱਧਾ ਨੇ ਕਿਹਾ ਮਹਾਰਾਜ ਜਪਦੇ ਤੇ ਅਸੀਂ ਵੀ ਹਾਂ, ਹੋਰ ਅਸੀਂ ਕੀ ਕਰਨੇ ਆ ਇੱਥੇ? ਸਾਡਾ ਕੰਮ ਵੀ ਧਿਆਨ ਲਾਣਾ ਹੀ ਹੈ, ਸਾਡਾ ਕੰਮ ਵੀ ਜਪਣਾ ਹੀ ਹੈ। ਸਤਿਗੁਰੂ ਨੇ ਕਿਹਾ ਧਿਆਨ ਤੁਸੀਂ ਵੀ ਲਾਉਂਦੇ ਹੋ, ਪਰ ਤੁਹਾਡਾ ਧਿਆਨ ਹੈ, ਜਿਵੇਂ ਪਹਿਲਾਂ ਬੇਨਤੀ ਕੀਤੀ ਹੈ, ਕੇਵਲ ਧਿਆਨ ਦੀ ਤੁਹਾਡੀ ਇੱਛਾ ਹੈ ਵੀ ਅਸੀਂ ਸਮਾਧੀਆਂ ਲਾ ਕੇ ਤਾਕਤ ਇਕੱਠੀ ਕਰੀਏ, ਅਸੀਂ ਕੁਝ ਬਣੀਏ, ਲੋਕ ਸਾਨੂੰ ਜਾਣਨ, ਸਾਡੀ ਪੂਜਾ ਹੋਵੇ। ਇਹ ਤੁਹਾਡਾ ਮਤ ਵੱਖਰਾ ਹੈ। ਸਾਡਾ ਮਤ ਇਹ ਹੈ ਜਪ ਕੇ ਕੁਝ ਬਣਨਾ ਨਹੀਂ, ਜਪ ਕੇ ਆਪਣੇ ਅੰਦਰ ਨੂੰ ਮਿਟਾਉਣਾ ਹੈ, ਹਉਮੈ ਨੂੰ ਖਤਮ ਕਰਨਾ ਹੈ, ਮੈਂ ਨੂੰ ਮਾਰਨਾ। ਇਹ ਫਰਕ ਪੈ ਗਿਆ। ਤੇ ਮੈਂ ਵੀ ਬੇਨਤੀ ਕਰਦੇ ਹਾਂ, ਜੇ ਆਪਾਂ ਵੀ ਕੁਝ ਜਪ ਰਹੇ ਹਾਂ, ਕੁਝ ਬਣਨ ਵਾਸਤੇ ਜਪ ਰਹੇ ਹਾਂ, ਤੇ ਫਿਰ ਇਹ ਵੀ ਯੋਗ ਮਤ, ਇਸ ਤੋਂ ਵੱਧ ਕੁਝ ਵੀ ਨਹੀਂ ਹੈ। ਜੇ ਸਿੱਖ ਜਪਦਾ ਆਪਣੀ ਮੈਂ ਨੂੰ ਮਾਰਨ ਲਈ, ਆਪਣੇ ਆਪ ਨੂੰ ਬਦਲਣ ਲਈ, ਫਿਰ ਉਹ ਸਿੱਖੀ ਭਾਵਨਾ ਵਾਲਾ ਜਪ ਹੈ। ਇਸ ਕਰਕੇ ਦੋ ਚੀਜ਼ਾਂ ਨੇ ਧਰਮ ਦੇ ਵਿੱਚ, ਦੋ ਚੀਜ਼ਾਂ ਕੰਮ ਕਰਦੀਆਂ ਨੇ, ਇੱਕ ਕਿਰਿਆ ਤੇ ਇੱਕ ਪ੍ਰੇਮ। ਇੱਕ ਕਿਰਿਆ ਤੇ ਇੱਕ ਨੀਅਤ। ਉਸ ਕਿਰਿਆ ਦੇ ਵਿੱਚ ਕੰਮ ਕੀ? ਕਿਰਿਆ ਦੇ ਅਰਥ ਨੇ ਕੰਮ ਕਰਨਾ। ਕੰਮ ਚੰਗਾ ਹੈ, ਜ਼ਰੂਰੀ ਨਹੀਂ ਬੰਦੇ ਦੀ ਨੀਅਤ ਵੀ ਚੰਗੀ ਹੋਵੇ। ਖਿਆਲ ਰੱਖੋ, ਕੰਮ ਵਧੀਆ ਵੀ ਹੋ ਸਕਦਾ, ਕਿਰਿਆ ਚੰਗੀ ਵੀ ਹੋ ਸਕਦੀ, ਜ਼ਰੂਰੀ ਨਹੀਂ ਕੰਮ ਵੀ ਚੰਗਾ ਹੋਵੇ। ਮੈਂ ਕਈ ਵਾਰੀ ਉਦਾਹਰਨ ਦਿੱਤੀ, ਫਿਰ ਦੁਹਰਾ ਦਿਆਂ। ਦੋ ਆਦਮੀ ਜਾ ਰਹੇ ਨੇ, ਕੰਮ ਦੋਵਾਂ ਦਾ ਇੱਕੋ ਜਿਹਾ ਹੈ, ਕੰਮ ਦੋਵਾਂ ਦਾ ਚੰਗਾ ਹੈ। ਕੰਮ ਕਿਹੜਾ? ਦੋਵਾਂ ਦੀ ਜੇਬ ਵਿੱਚ ਦਾਣੇ ਨੇ,
एक जा रहा है, वो किनारे जा रहा दरिया दे, ते उन्हें वेख्या भी विच मच्छियां ने। दया आ गई, जेब विचों दाने कढ़े, पानी विच सिट दिते, मच्छियां ने खा लै। उहदे मन नूं शांति आ गई भी इन्हां ने कुछ खाधा है, किरिया है। वो भी दूजा आदमी उत्थों दी आ रहा, लंघिया, किरिया काम उन्हें भी वही किया, उहदी जेब विच भी दाने ने। उस तरह अपनी जेब में हथ पा के उन्हें भी दाने कढ़े। उन्हें उस तरह उन्होंने मच्छियां दे अगे दाने सिट दिते, मच्छियां आईयां, पर वो दूजे हथ में जाल सी। उन्हें जाल सिटिया तो मच्छियां फड़ लिया, सारियां बाहर कढ़ ली। फर्क बहुत पै गया। काम दोवां दा इक्को सी, आरंभता दोवां दी इक्को जी। इस तरह यह ख्याल रखना, कई बारी क्रिया चंगी होंदी है, भावना माड़ी होंदी विच। निशाना की है मनुख, काहदे वास्ते अरदास कर रहे, काहदे वास्ते जप रहे, कारज की होता। इस करके गुरसिੱਖੀ की अरदास सरबत के भले तो शुरू होंदी है। सरबत के भले तो शुरू भी होंदी है, तो खत्म भी इत्थे होंदी है। मैं किसी सज्जन की एक पोथी पढ़ रहा सी, वो कहते जदों मैं जुड़न वास्ते बैठना ते अपने मन दे विचों मैं ख्याल बाहर नूं कढना, सारे संसार का भला मंगना, मेरा मन उत्थे एकाग्र हो जाता है। बाणी पढ़न विच मेरा मन शांत होने लग पैंदा है। हो सकता है मनुख बाणी पढ़ रहा है, सिमरन कर रहा है, अंदरों लोगों के नाल ईर्खा कर रहा है, बाहरी क्रिया इक्को जी हो गई, अंदरली भावना में तब्दीली आ गई। इस करके जदों सतगुरु कहते ने जपते असीं भी हाँ, जपते तुसीं भी हो, सिद्ध कहते आपां इक्को जिहे हाँ, हजूर कहते कोई जरूरी नहीं इक्को जिहे होइए, जपण वाले सारे इक्को जिहे नहीं। पूछया फर्क की है, हजूर ने क्या जपते काहदे वास्ते होए, दसो काहदे वास्ते जपते? कहते जपीदा इसी वास्ते, साडे शरीर में शक्तियां ने, सारे लोगों के शरीरों में हैं, वो जाग पैणगियां रिद्धियां सिद्धियां, उन्हों की वरतों कर लांगे, संसार में पूजा होगी। सतगुरु ने कहा जिन्हें तुहानूं बनाया है, उहदे प्यार में भी कभी जपिया, उहदे अगे भी कभी झुके, वो कहन लगे वो पता नहीं कित्थे रहिंदा, असीं ते अपनी दुकान चलाउणी है। कहंदे बस यही फर्क है तुहाडे ते साडे विच, तुसीं इन्हां नाटकां चेटकां विच पए हो, असीं उस मार्ग नूं दुनिया विच दसना जिहड़ा बिल्कुल परमात्मा दा खालस है, शुद्ध है, जिहड़ा नाटक चेटक तो रहत है। और इत्थे कह रहे ने हौं जपिया परमेश्वरो, मैं परमेश्वर की आराधना की। फिर कहते ने भाव भगत संग ताड़ी लाई, जिथे उन्होंने जपिया उथे एक चीज अंदर रखी, भाव। भाव का अर्थ है प्रेम। भाव भगत वो भगती जिहड़ी प्रेम नाल कीती जाए। फिर सतगुरु ने एक होर वचन किया, कहते ताड़ी लाई, ताड़ी का अर्थ है ध्यान लाना, क्योंकि उन्हों का जिहड़ा सवाल सी ना वो शक्ति नाल संबंधित सी। तुसीं सुनिया पहला उन्होंने पूछा सी कौन शक्त तुहें इत्थे लियाई, जे ते कला रब नूं मिलना उत्थे ताड़ी की लोड़ नहीं, ध्यान की बहुती लोड़ नहीं पैंदी, सीधा प्रेम उन्होंने जपना है। पर इत्थे दुनिया में शक्ति तो बिना भी काम नहीं चलता, इस करके जे शक्ति की लोड़ है तो ताड़ी लाई, उस भाव भगती दे विच ध्यान लाया। ध्यान में शक्ति आउंदी, जदों ध्यान एकाग्र होवेगा ਉਹਦੇ ਵਿੱਚ ਤਾਕਤਾਂ ਹੋਣਗੀਆਂ। ਇਹ ਜਿਹੜੀ ਵਿਆਖਿਆ ਆਪ ਜੀ ਨੇ ਸਾਂਝੀ ਕੀਤੀ, ਜਿੱਥੇ ਗੁਰੂ ਸਾਹਿਬ ਰਿੱਧੀਆਂ ਸਿੱਧੀਆਂ ਨਾਟਕਾਂ ਚੇਟਕਾਂ ਦਾ ਵਿਰੋਧ ਕਰਦੇ, ਇਹਦਾ ਅਰਥ ਇਹ ਨਹੀਂ ਕਿ ਬੰਦਗੀ ਕਰਨ ਵਾਲੇ ਦੇ ਵਿੱਚ ਤਾਕਤਾਂ ਨਹੀਂ ਹੋਣੀਆਂ ਚਾਹੀਦੀਆਂ ਜਾਂ ਨਹੀਂ ਆਉਂਦੀਆਂ, ਆਉਂਦੀਆਂ ਨੇ, ਪਰ ਉਹ ਨਿਸ਼ਾਨਾ ਨਹੀਂ ਹੁੰਦਾ, ਸਹਿਜ ਸੁਭਾਅ ਆ ਜਾਂਦੀਆਂ। ਸਿੱਖ ਉਹਨਾਂ ਦੀ ਵਰਤੋਂ ਨਹੀਂ ਆਪ ਕਰਦਾ, ਗੁਰੂ ਕੇ ਹੁਕਮ ਤੋਂ ਬਾਹਰ ਤਾਕਤ ਹੈ। जिथे रब नाल सांझ बनेगी ताकत तो उत्थे आउणी साध संगत। एक आम संसारी बंदे नाल तुसीं मित्रता पा लो जिहदी सरकारी दरबारे चलदी है, बंदे विच ताकत आ जाती ना। वड्डे बंदे नाल जुड़िया ये फिर प्रतख है, जे सब तो वड्डे नाल जुड़िया तो शक्ति उहदे विच जरूर है, आई उहदे ताकत आ गई। पर ताकत आउण दे बावजूद वो नियम दे विच जिउंदा,
वो ताकत की दुरवरतों नहीं करता। इत्थे कह रहे ने सतगुरु असी भावना दे नाल भगती कीती, उन्होंने जपिया ते ओहदे नाल ताड़ी लाई, आखण सिद्ध सुन बालिया। ये जिहड़ियां पोथियां ने ना, इन्हां विच पाठ विच किते किते फर्क है। भाई गुरदास जी दियां वारां विच वखरे वखरे, वैसे आम तौर पर जिहड़ी प्रमाणिक भाई गुरदास जी दी वारां दी उचारण मन्निया गया, वो भाई साहब भाई वीर सिंह ते भाई हजारा सिंह होरां ने जिहड़े अर्थ कीते ने, उन्हां दे अखर ठीक मंगे गए मन्ने गए। इत्थे हुण आखण सिद्ध सुन बालिया, पर आम पोथियां दे विच लिखिया होया सिद्ध आखण सुन बालिया। भावें अर्थां विच कोई बहुता फर्क नहीं, पर उन्हां सिद्धां ने आख्या हे बालिया सुन, हे बच्चे सुन, अपना नाम तुम देहो बताई। तुसी अपना नाम दसो, तुसी कौन हो, तुहानू कौन कहंदे, तुहाडा नाम की है। गुरु साहब नूं बच्चा समझदे सन। सतगुरां ने फिर उहदा जवाब दिता, कहंदे बाबा आखे नाथ जी नानक नाम जपे गत पाई। वेखो गुरु साहब नूं किन्नियां कामयाबियां मिलियां सन। वड्डे वड्डे सिद्ध, वड्डे वड्डे इस तरह के भटके हुए लोग, पंडित मुल्ला फकीर आदि कई धार्मिक पंडित उन्होंने जेड़े गलत राह ते जा रहे सन, उन्होंने सीधे राह ते पाया, निभाया अपने अगे। ये सारा कुछ करके फिर सिद्धां कोल गए ने, ते वो कहते ने बच्चा बाला। ते फिर उन्होंने ये नहीं कहते भी मैनू बच्चा ना कहा, जे तुसीं जानते हो मैनू धरती ते जाके वेखो मेरा नाम चलता, इस तरह नहीं कहा उन्होंने। सुन लिया जो कुछ किया। गुरु साहब ने किसी का अखरां दे विच किते विरोध किया ही नहीं। अगले आदमी नूं बोलण दिता कि वह पूरी तरह बोल लवे, उहदे विच की है। फिर उहदा जवाब दिता थोड़े शब्दों में, और उन्होंने ला लिया उस हंकार की चोटी तो जिहदे ते सारी उम्र उन्हें गवा दी सी। इत्थे जदों उन्होंने पूछा भी अपना नाम तुम देओ बताई, तो गुरु साहब ने फिर कहा बाबा आखे नाथ जी। फिर भी उन्होंने जी कहा, सत्कार किया। नानक नाम जपे गत पाई। फिर भी जदों नानक क्या नाल फिर नाम की गल की, कहते मेरा नाम नानक है, तो मैं नाम जप के इस उच्ची गति को प्राप्त किया। उन्हें फिर कहा भी नाम तो बड़े लोग जपते हैं, तुसी केड़ा वखरा। तो सतगुरु ने कहा नीच कहाए ऊंच कर आई। मैं अपने आप को निभा दिता है, अपने आप को नरम कर दिता। निभाउण का मतलब परमात्मा के अगे झुका दिता। निमरता के घर में आके जपिया। सतगुरु इत्थे जवाब दे रहे हैं उन्होंने इन्हां सारियां पंक्तियां दे विच। आओ प्यार साहब एक पंक्ति पढ़िए जिहदे विच गुरु साहब सिद्धां दे सवाल का जवाब दिता है। हूँ जपिया परमेश्वरों भाओ भगत संग ताड़ी लाई। सारियां ने ये हाजरी लवाउणी आप जी ने। हूँ जपिया परमेश्वरों, हूँ जपिया परमेश्वरों, हूँ जपिया हूँ जपिया परमेश्वरों, हूँ जपिया परमेश्वरों। भाव भगत संग ताड़ी लाई, भाव भगत संग ताड़ी लाई। सिद्ध आखण सुन बालिया, सिद्ध आखण सुन बालिया। अपना नाम तुम देहो बताई, अपना नाम तुम देहो बताई। बाबा आखे नाथ जी, बाबा आखे नाथ जी। नानक नाम जपे गत
ਤਤ ਪਾਈ ਨਾਨਕ ਨਾਮ ਹਉ ਜਪਿਆ ਪਰਮੇਸ਼ਰੋ ਹਉ ਜਪਿਆ ਪਰਮੇਸ਼ਰੋ ਭਾਉ ਭਗਤ ਸੰਗ ਤਾੜੀ ਲਾਈ ਭਾਉ ਭਗਤ ਸੰਗ ਤਾੜੀ ਲਾਈ ਭਾਉ ਭਗਤ ਇਸ ਤਰ੍ਹਾਂ ਅੱਗੇ ਵਾਲੀਆਂ 3-4 ਪੌੜੀਆਂ ਵਿੱਚ ਸਿੱਧਾ ਨਾਲ ਵਿਸ਼ੇਸ਼ ਤੌਰ ਤੇ ਗੁਰੂ ਸਾਹਿਬ ਦੀ ਵਾਰਤਾ ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ ਨੇ। ਆਉਣ ਵਾਲੇ ਦਿਨਾਂ ਵਿੱਚ ਆਪਾਂ ਵਿਚਾਰਦੇ ਰਹਾਂਗੇ। ਇਹਦੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਵਿਚਾਰਾਂ ਕਰਦਿਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ